ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਸਲਾ ਜਿਹੜਾ ਆ ਉਹ ਨਾ ਕਿ ਸਿਰਫ ਕਿਸਾਨਾਂ ਦਾ, ਇਹ ਬਲਕਿ ਸਮੁੱਚੀ ਪੰਜਾਬੀਅਤ ਦਾ ਮਸਲਾ ਹੈ। ਇਹ ਹਮਲਾ ਕਿਸਾਨਾਂ ਤੇ ਨਹੀਂ ਹੋਇਆ, ਇਹ ਪੰਜਾਬ ਦੀ ਆਰਥਿਕਤਾ ਤੇ ਹੋਇਆ। ਜਿਵੇਂ ਇਸ ਕਾਨੂੰਨ ਦਾ ਖਰੜਾ 1 ਸਾਲ ਪਹਿਲਾਂ ਤਿਆਰ ਹੋ ਚੁੱਕਿਆ ਸੀ, ਕਿਸਾਨ ਜਾਗਰੂਕ ਨਹੀਂ ਹੋਏ, ਉਸ ਸਮੇਂ ਕਿਸਾਨਾਂ ਵੱਲੋਂ ਗੌਰ ਨਹੀਂ ਕੀਤੀ ਗਈ ਤੇ ਅੱਜ ਉਸ ਦੇ ਨਤੀਜੇ ਭੁਗਤਣੇ ਪੈ ਰਹੇ ਆ, ਲਾਈਨਾਂ ਤੇ ਪਟੜੀਆਂ ਤੇ ਬੈਠਣਾ ਪੈ ਰਿਹਾ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਵੇਂ ਹੀ ਸ਼ਹਿਰੀਆਂ ਨੂੰ ਵੀ ਇਸ ਦੇ ਜਿਹੜੇ ਨਤੀਜੇ ਭੁਗਤਣੇ ਪੈਣਗੇ? ਤੇ ਜੇ ਪੰਜਾਬ ਦੇ ਖੇਤ ਡੁੱਬਣਗੇ ਤਾਂ ਬਚਣੀਆਂ ਪੰਜਾਬ ਦੀਆਂ ਹੱਟੀਆਂ ਵੀ ਨਹੀਂ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬ ਦਾ ਦੁਕਾਨਦਾਰ ਕਿਵੇਂ ਆਪਣੇ ਆਪ ਤੋਂ ਇਹਨੂੰ ਅਲੱਗ ਕਰਕੇ ਸੋਚ ਰਿਹਾ ਕਿ ਉਹ ਬਚ ਜਾਏਗਾ। ਜੇ ਪੰਜਾਬ ਦਾ ਕਿਸਾਨ ਡੁੱਬਦਾ ਤਾਂ ਇਕਨੋਮੀ ਡੁੱਬੇਗੀ, ਇਕਨੋਮੀ ਡੁੱਬੇਗੀ ਤਾਂ ਦੁਕਾਨਦਾਰ ਵੀ ਡੁੱਬੇਗਾ ਤੇ ਫਿਰ ਜਾ ਕੇ ਸਾਨੂੰ ਇਹ ਸਮਝ ਆਊਗੀ ਕਿ ਜਿਹੜਾ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਅੱਖਾਂ ਦੀਆਂ ਜਿਹੜੀਆਂ ਐਨਕਾਂ ਚੜ੍ਹਾ ਕੇ ਸਭ ਕੁਝ ਦੇਖਣ ਦੀ ਆਦਤ ਪੰਜਾਬ ਦੇ ਸ਼ਹਿਰੀਆਂ ਨੂੰ ਪਾਈ ਜਾ ਰਹੀ ਹੈ, ਉਸ ਐਨਕ ਦੇ ਪਰਲੇ ਪਾਸੇ ਕਿਹੜਾ ਦ੍ਰਿਸ਼ ਚੱਲ ਰਿਹਾ ਸੀ ਸਾਡੀ ਬਰਬਾਦੀ ਦਾ, ਉਹ ਐਨਕ ਲਾਉਣ ਤੋਂ ਬਾਅਦ ਦੱਸੇ। ਹਰ ਵਰਗ ਜੁੜ ਰਿਹਾ ਕਿਉਂਕਿ ਉਹ ਸਮਝ ਚੁੱਕੇ ਆ ਕਿ ਕਾਨੂੰਨ ਦੇ ਜਿਹੜੇ ਕੀ ਮਾੜੇ ਪ੍ਰਭਾਵ ਪੈਣ ਵਾਲੇ ਆਉਣ ਵਾਲੇ ਦਿਨਾਂ 'ਚ। ਉਸ ਦੇ ਬਾਵਜੂਦ ਬੀਜੇਪੀ ਵਾਲੇ ਕੁਝ ਸਿੱਖ ਲੀਡਰ ਵੀ ਉਹਨਾਂ ਦੇ ਵਿੱਚ ਬਾਵਜੂਦ ਜਿਹੜਾ ਹੈਗਾ ਰੈਲੀਆਂ ਵੀ ਕੀਤੀ ਜਾ ਰਹੀਆਂ, ਲੁਧਿਆਣੇ 'ਚ ਵੀ ਹੋਈ ਸੀ ਰੈਲੀ, ਤੇ ਉਹ ਕਹਿ ਰਹੇ ਆ ਕਿ ਕਾਨੂੰਨ ਬਹੁਤ ਵਧੀਆ ਗੁੰਮਰਾਹ ਕਰ ਰਹੀਆਂ ਸਿਆਸੀ ਪਾਰਟੀਆਂ ਜਾਂ ਜਿਹੜੇ ਸਿਆਸੀ ਲੋਕ ਆ ਉਹ ਗੁੰਮਰਾਹ ਕਰ ਰਹੇ ਆ ਕਿਸਾਨਾਂ ਨੂੰ, ਇਹ ਕਿਸਾਨਾਂ ਵਾਸਤੇ ਬਹੁਤ ਵਧੀਆ ਕਾਨੂੰਨ ਆ। ਇਹ ਸਿਰਫ ਤੇ ਸਿਰਫ ਮੁਨਾਫੇ ਨਾਲ ਜੁੜੇ ਹੋਏ ਲਾਲਚੀ ਤੇ ਸਵਾਰਥੀ ਲੋਕ ਨੇ, ਚਾਹੇ ਕਿਸੇ ਵੀ ਪਾਰਟੀ ਨਾਲ। ਅੱਜ ਵਿਚਾਰਧਾਰਾ ਦੀ ਸਾਂਝ ਨਹੀਂ ਰਹਿ ਗਈ। ਸਾਨੂੰ ਕਿਉਂ ਲੱਗਦਾ ਕਿ ਜਦੋਂ ਸਾਡੀ ਕਿਸਾਨੀ ਦਾ ਮਸਲਾ ਉਦੋਂ ਸਾਡੇ ਵਿਸ਼ਵਾਸ ਤੇ ਖਰੇ ਉਤਰਨਗੇ। ਜਦੋਂ ਅਸੀਂ ਸੂਬਾ ਮੰਗ ਰਹੇ ਸੀ ਤਾਂ ਸਾਡੀ 3 ਟੋਟਿਆਂ ਦੇ ਵਿੱਚ ਕਰਕੇ ਸਾਨੂੰ ਸੂਬੇ ਦੀ ਜਗ੍ਹਾ ਤੇ ਸੂਬੀ ਫੜਾਈ ਗਈ। ਜਿਹੜੀਆਂ ਅੱਜ ਅਸੀਂ ਕਹਿ ਰਹੇ ਹਾਂ ਕਿ ਕਿਸਾਨਾਂ ਨੂੰ ਹੱਕ ਹੋਣਾ ਚਾਹੀਦਾ ਆਪਣੀ ਫਸਲ ਦਾ ਮੁੱਲ ਤੈਅ ਕਰਨ ਦਾ, ਤੇ ਜਦੋਂ 1983 'ਚ ਆਨੰਦਪੁਰ ਦੇ ਮਤੇ 'ਚ ਇਹ ਗੱਲ ਕਹੀ ਗਈ ਸੀ ਤਾਂ ਉਦੋਂ ਸਾਡੇ ਨਾਲ ਜਿਹੜਾ ਵਿਸ਼ਵਾਸਘਾਤ ਜਾਂ ਜਿਹੜੀ ਖੂਨ ਦੀ ਹੋਲੀ ਖੇਡੀ ਗਈ, ਅੱਜ ਸਾਨੂੰ ਕਿਉਂ ਵਿਸ਼ਵਾਸ ਬਣ ਰਿਹਾ ਕਿ ਅੱਜ ਉਹ ਗੱਲਾਂ ਸਾਡੀਆਂ ਮੰਨ ਲੈਣਗੇ? ਜਿਨ੍ਹਾਂ ਗਾਇਕਾਂ ਦੇ ਸਿਰ ਤੇ ਉਹਨਾਂ ਨੂੰ ਲੱਗਦਾ ਸੀ ਵੀ ਨੌਜਵਾਨ ਇਹਨਾਂ ਦੇ ਮਗਰ ਲੱਗ ਕੇ ਸਭ ਕੁਝ ਭੁੱਲਿਆ ਬੈਠਿਆ, ਉਹ ਗਾਇਕ ਆਪ ਮੈਦਾਨ 'ਚ ਆ ਗਏ, ਉਹਨਾਂ ਦੇ ਮਗਰ ਨੌਜਵਾਨ ਵੀ ਆ ਗਿਆ। ਇੱਕ ਸਰਦਾਰ ਜੀ ਹੈਗੇ ਆ ਹਰਜੀਤ ਸਿੰਘ ਗਰੇਵਾਲ, ਬੀਜੇਪੀ ਦੇ ਲੀਡਰ, ਉਹ ਬਾਰ-ਬਾਰ ਕਹਿ ਰਹੇ ਆ, ਮੀਡੀਆ ਤੇ ਰਿਪੋਰਟਾਂ ਆ ਰਹੀਆਂ ਕਿ ਕਾਨੂੰਨ ਨਹੀਂ ਵਾਪਸ ਹੋਣਾ, ਜੋ ਮਰਜ਼ੀ ਕਰ ਲਓ, ਸਿੱਧੀ ਧਮਕੀਆਂ ਦਿੱਤੀਆਂ ਜਾ ਰਹੀਆਂ। ਹਰਜੀਤ ਗਰੇਵਾਲ ਕੋਈ ਬੰਦਾ ਨਹੀਂ ਹੈ। ਜਦੋਂ ਅਸੀਂ ਉਹਨਾਂ ਦਾ ਵਹਿਮ ਨਹੀਂ ਤੋੜਦੇ ਉਦੋਂ ਇਹੋ ਜਿਹੇ ਚਵਲ ਧਮਕੀਆਂ ਜਿਹੜੇ ਉਹ ਧਮਕੀਆਂ ਦਿੰਦੇ ਰਹਿਣਗੇ। ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੜਕਾਂ ਤੇ ਪਟੜੀਆਂ ਤੇ ਡਟੇ ਹੋਏ ਨੇ ਤੇ ਹੁਣ ਸਿੱਖ ਜਥੇਬੰਦੀਆਂ ਵੀ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਉਤਰ ਆਈਆਂ ਨੇ ਤੇ ਅੱਜ ਲੁਧਿਆਣਾ ਦੇ ਵਿੱਚ 35 ਸਿੱਖ ਜਥੇਬੰਦੀਆਂ ਵੱਲੋਂ ਰੋਸ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰੀ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਇਹ ਖੇਤੀ ਕਾਨੂੰਨਾਂ ਦੇ ਨਾਲ ਨਾ ਸਿਰਫ ਕਿਸਾਨਾਂ ਦਾ ਨੁਕਸਾਨ ਹੈ ਬਲਕਿ ਆਮ ਲੋਕਾਂ ਨੂੰ ਵੀ ਇਸ ਦਾ ਵੱਡਾ ਨੁਕਸਾਨ ਹੋਣ ਵਾਲਾ ਹੈ। ਸਾਡੇ ਨਾਲ ਮੌਜੂਦ ਨੇ ਸੁਖਦੇਵ ਸਿੰਘ ਫਗਵਾੜਾ ਜੀ, ਗੱਲ ਕਰਦੇ ਹਾਂ। ਸਰ, ਅੱਜ ਇਹ ਪ੍ਰੋਗਰਾਮ ਉਲੀਕਿਆ ਗਿਆ, ਕੀ ਮਕਸਦ ਹੈਗਾ ਇਹਦਾ? ਸਾਨੂੰ ਇਹ ਲੱਗਦਾ ਸੀਗਾ ਕਿ ਹੁਣ ਤੱਕ ਜਦੋਂ ਦਾ ਪੰਜਾਬ ਦੇ ਵਿੱਚ ਤਕਰੀਬਨ 25 ਸਤੰਬਰ ਤੋਂ ਐਲਾਨੀਆ ਸੰਘਰਸ਼ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ, ਪਰ ਜੇ ਤੁਸੀਂ ਪੰਜਾਬ ਦੀ ਕੁੱਲ ਆਬਾਦੀ ਤੇ ਪੰਜਾਬ ਤੇ ਪੈਣ ਵਾਲਾ ਇਹਨਾਂ ਬਿੱਲਾਂ ਦਾ ਅਸਰ ਔਰ ਉਸ ਤੋਂ ਬਾਅਦ ਸੰਘਰਸ਼ ਕਰ ਰਹੇ ਲੋਕਾਂ ਦੀ ਗਿਣਤੀ ਦੇਖੋਗੇ ਤਾਂ ਸਾਨੂੰ ਇਹ ਲੱਗਦਾ ਕਿ ਇਹਦੇ ਵਿੱਚੋਂ ਸ਼ਹਿਰੀ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਮੰਨਫੀ ਹੈ। ਤਾਂ ਇੱਕ ਗੱਲ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਰਸਤਾ ਚੁਣਿਆ ਸੰਘਰਸ਼ ਦਾ, ਚਾਹੇ ਉਹ ਰੇਲਵੇ ਲਾਈਨਸ ਨੇ, ਚਾਹੇ ਟੋਲ ਪਲਾਜ਼ਾ ਨੇ, ਉਹਦੇ ਵਿੱਚ ਸ਼ਹਿਰੀ ਲੋਕ ਜਿਹੜੇ ਸ਼ਮੂਲੀਅਤ ਨਹੀਂ ਕਰ ਪਾ ਰਹੇ। ਜਥੇਬੰਦੀਆਂ ਦਾ ਆਪਣਾ ਕਾਡਰ ਵਰਕਰ ਉਹ ਜਿਹੜੇ ਉਹਦੇ ਵਿੱਚ ਸ਼ਾਮਲ ਨੇ, ਔਰ ਉਹਦਾ ਇੱਕ ਨੁਕਸਾਨ ਇਹ ਵੀ ਹੋ ਰਿਹਾ ਹੈ ਕਿ ਸ਼ਹਿਰੀ ਲੋਕਾਂ ਦਾ ਇਹਨਾਂ ਬਿੱਲਾਂ ਦੇ ਨਾਲ ਨੁਕਸਾਨ ਕੀ ਹੋਣਾ ਉਹ ਉਹਨਾਂ ਦੀ ਸਮਝ ਤੋਂ ਹਲੇ ਤੱਕ ਬਾਹਰ ਹੈ, ਔਰ ਇਸੇ ਕਰਕੇ ਉਹ ਸੰਘਰਸ਼ ਨਾਲ ਜੁੜ ਨਹੀਂ ਸੀ ਪਾ ਰਹੇ। ਤਾਂ ਅਸੀਂ ਇੱਕ ਕੈਂਪੇਨ ਜਿਹੜੀ ਸਟਾਰਟ ਕੀਤੀ ਕਿ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਇੱਕ ਪਲੇਟਫਾਰਮ ਰਾਹੀਂ, ਜਿੱਥੇ ਅਸੀਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਸੀ, ਉਹਨਾਂ ਦਾ ਸਮਰਥਨ ਕਰਨਾ ਚਾਹੁੰਦੇ ਸੀ, ਉੱਥੇ ਨਾਲ ਸ਼ਹਿਰੀ ਲੋਕਾਂ ਦਾ ਨੁਕਸਾਨ ਕੀ ਹੈ ਉਹ ਇਸ ਸਟੇਜ ਤੋਂ ਡਿਸਕਸ ਕਰਨਾ ਚਾਹੁੰਦੇ ਸੀ, ਜਿਹਦਾ ਪਹਿਲਾ ਜਿਹੜਾ ਇਕੱਠ ਹੈ ਉਹ ਅੱਜ ਲੁਧਿਆਣੇ ਵਿੱਚ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਬਾਕੀ ਵੱਡੇ ਸ਼ਹਿਰਾਂ ਨੂੰ, ਕਿਉਂਕਿ ਜਦੋਂ ਅਸੀਂ ਇੱਕ ਵੱਡਾ ਸ਼ਹਿਰ ਟਾਰਗੇਟ ਕਰਦੇ ਹਾਂ ਤਾਂ ਉਹ ਆਲੇ ਦੁਆਲੇ ਕਸਬਿਆਂ ਤੱਕ ਜਾਂ ਪਿੰਡਾਂ ਤੱਕ ਉਹਦਾ ਪ੍ਰਭਾਵ ਜਾਂਦਾ, ਤਾਂ ਇੱਥੇ ਅਸੀਂ ਅੱਜ ਇਹ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚ ਸਾਡੇ ਕੋਲ ਸਾਰੇ ਧਰਮਾਂ ਦੇ ਲੋਕ, ਜਿਹੜੇ ਕਲਾਕਾਰ ਨੇ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਨੇ, ਔਰ ਕੁੱਲ ਜਿਹੜੀ ਸਾਰੀ ਗਿਣਤੀ ਹੈ ਉਹ ਸ਼ਹਿਰੀ ਲੋਕਾਂ ਦੀ ਹੈ। ਔਰ ਇਹਦੇ ਵਿੱਚ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਸਲਾ ਜਿਹੜਾ ਆ ਉਹ ਨਾ ਕਿ ਸਿਰਫ ਕਿਸਾਨਾਂ ਦਾ, ਇਹ ਬਲਕਿ ਸਮੁੱਚੀ ਪੰਜਾਬੀਅਤ ਦਾ ਮਸਲਾ ਹੈ। ਇਹ ਹਮਲਾ ਕਿਸਾਨਾਂ ਤੇ ਨਹੀਂ ਹੋਇਆ, ਇਹ ਪੰਜਾਬ ਦੀ ਆਰਥਿਕਤਾ ਤੇ ਹੋਇਆ। ਤੇ ਜੇ ਪੰਜਾਬ ਦੇ ਖੇਤ ਡੁੱਬਣਗੇ ਤਾਂ ਬਚਣੀਆਂ ਪੰਜਾਬ ਦੀਆਂ ਹੱਟੀਆਂ ਵੀ ਨਹੀਂ, ਕਿਉਂਕਿ ਜਦੋਂ ਗਾਹਕ ਹੀ ਨਹੀਂ ਰਹੇਗਾ ਬਾਜ਼ਾਰ ਦੇ ਵਿੱਚ ਤਾਂ ਦੁਕਾਨਦਾਰ ਕਿਹਨੂੰ ਆਪਣਾ ਸਮਾਨ ਵੇਚਣਗੇ। ਔਰ ਇੱਕ ਵਾਰੀ ਉਹ ਮਹਿਸੂਸ ਕਰਨ ਕਿ ਜੇ ਉਹਨਾਂ ਨੂੰ ਸਰਕਾਰ ਇਹ ਕਵੇ ਕਿ ਅਸੀਂ ਸ਼ਹਿਰੀ ਲੋਕ ਹਾਂ, ਜੇ ਅਸੀਂ ਇਹ ਸਮਝੀਏ ਕਿ ਸਾਨੂੰ ਸਰਕਾਰ ਕੱਲ੍ਹ ਨੂੰ ਸਾਡੇ ਉੱਤੇ ਇੱਕ ਬਿੱਲ ਲਿਆ ਦਿੰਦੀ ਹੈ ਕਿ ਤੁਸੀਂ ਆਪਣੀ ਦੁਕਾਨ ਤੇ ਕੀ ਵੇਚਣਾ, ਕਿੰਨੇ ਦਾ ਵੇਚਣਾ,
ਇਹ ਸਰਕਾਰ ਡਿਸਾਈਡ ਕਰੇਗੀ ਜਾਂ ਕਾਰਪੋਰੇਟ ਘਰਾਣਾ ਡਿਸਾਈਡ ਕਰੇਗਾ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡੀ ਜਿਹੜੀ ਆਜ਼ਾਦੀ ਖੋਹਣ ਦੀ ਗੱਲ ਹੋ ਰਹੀ ਹੈ ਔਰ ਸਾਨੂੰ ਮਾਲਕਾਂ ਤੋਂ ਮੁੜ ਦੁਬਾਰਾ ਮਜ਼ਦੂਰ ਹੀ ਨਹੀਂ ਬਲਕਿ ਬੰਧੂਆ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬਿਲਕੁਲ ਜਿਵੇਂ ਇਸ ਕਾਨੂੰਨ ਦਾ ਖਰੜਾ 1 ਸਾਲ ਪਹਿਲਾਂ ਤਿਆਰ ਹੋ ਚੁੱਕਿਆ ਸੀ, ਕਿਸਾਨ ਜਾਗਰੂਕ ਨਹੀਂ ਹੋਏ, ਉਸ ਸਮੇਂ ਕਿਸਾਨਾਂ ਵੱਲੋਂ ਗੌਰ ਨਹੀਂ ਕੀਤੀ ਗਈ ਤੇ ਅੱਜ ਉਸ ਦੇ ਨਤੀਜੇ ਭੁਗਤਣੇ ਪੈ ਰਹੇ ਆ, ਲਾਈਨਾਂ ਤੇ ਪਟੜੀਆਂ ਤੇ ਬੈਠਣਾ ਪੈ ਰਿਹਾ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਵੇਂ ਹੀ ਸ਼ਹਿਰੀਆਂ ਨੂੰ ਵੀ ਇਸ ਦੇ ਜਿਹੜੇ ਨਤੀਜੇ ਭੁਗਤਣੇ ਪੈਣਗੇ? ਬਿਲਕੁਲ ਭੁਗਤਣੇ ਪੈਣਗੇ। ਮੈਂ ਫਿਰ ਉਹੀ ਗੱਲ ਕਹਿ ਰਿਹਾ ਵੀ ਜੇ ਮੰਨ ਲਓ ਜਿਹੜਾ ਇਕਨੋਮੀ ਹੈ ਪੰਜਾਬ ਦੀ ਉਹ ਕਿਸਾਨੀ ਤੇ ਡਿਪੈਂਡ ਹੈ। ਜਿਹੜਾ ਤੁਸੀਂ ਇਹ ਦੇਖੋ ਵੀ ਜਿਹੜਾ ਬਾਜ਼ਾਰਾਂ ਦੇ ਵਿੱਚ ਰੌਣਕ ਹੁੰਦੀ ਹੈ ਉਹ ਵਾਢੀਆਂ ਤੋਂ ਬਾਅਦ ਜਦੋਂ ਕਿਸਾਨਾਂ ਦੇ ਹੱਥ ਆਪਣੀ ਰਕਮ ਆਉਂਦੀ ਹੈ ਫਸਲ ਦੀ, ਉਦੋਂ ਬਾਜ਼ਾਰਾਂ ਦੇ ਵਿੱਚ ਰੌਣਕ ਵੱਧਦੀ ਹੈ। ਉਦੋਂ ਹੀ ਤਿਉਹਾਰ ਜਿਹੜੇ ਉਹਨਾਂ ਨੂੰ ਤਿਉਹਾਰਾਂ ਵਰਗੇ ਲੱਗਦੇ ਨੇ ਦੁਕਾਨਦਾਰਾਂ ਨੂੰ। ਜੇ ਉਹਨਾਂ ਦੀ ਜੇਬਾਂ 'ਚ ਪੈਸਾ ਹੀ ਨਹੀਂ ਰਹੇਗਾ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬ ਦਾ ਦੁਕਾਨਦਾਰ ਕਿਵੇਂ ਆਪਣੇ ਆਪ ਤੋਂ ਇਹਨੂੰ ਅਲੱਗ ਕਰਕੇ ਸੋਚ ਰਿਹਾ ਕਿ ਉਹ ਬਚ ਜਾਏਗਾ। ਦੂਜੀ ਗੱਲ ਇਹ ਵੀ ਹੈ ਕਿ ਇਹ ਜਿਹੜਾ ਪੰਜਾਬ ਦੇ ਕਿਸਾਨਾਂ ਤੇ ਜਦੋਂ ਹਮਲਾ ਹੋਇਆ ਔਰ ਉਹ ਸਟਰਗਲ ਕਰ ਰਹੇ ਨੇ, ਹਰ ਵਾਰੀ ਇੱਕ ਲਾਂਭਾ ਰਹਿ ਜਾਂਦਾ ਹੈ ਕਿ ਸ਼ਹਿਰੀਆਂ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਪੰਜਾਬ ਦੇ ਹੱਕਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ਤੋਂ ਪਰੇ ਰਹਿੰਦੀ ਹੈ, ਸਿਰਫ ਕਿਸਾਨਾਂ ਦੀ ਗੱਲ ਨਹੀਂ। ਹਾਲਾਂਕਿ 2015 ਦੇ ਵਿੱਚ ਠੀਕ 5 ਸਾਲ ਪਹਿਲਾਂ ਅਸੀਂ ਆਪਣੇ ਪਿਓ ਦੇ ਸਤਿਕਾਰ ਲਈ ਪੰਜਾਬ ਦੇ ਵਿੱਚ ਇਹੋ ਜਿਹੀ ਲਾਮਬੰਦੀ ਦੇਖੀ ਸੀ ਜਾਂ ਉਹੋ ਜਿਹਾ ਮਾਹੌਲ ਦੇਖਿਆ ਸੀ। ਅੱਜ ਅਸੀਂ ਆਪਣੀ ਧਰਤੀ ਮਾਂ ਲਈ ਜਿਹੜਾ ਲੜਾਈ ਲੜ ਰਹੇ ਹਾਂ, ਜਿਹਨੂੰ ਗੁਰਬਾਣੀ ਨੇ ਮਾਤਾ ਧਰਤ ਮਹੱਤ ਦਾ ਦਰਜਾ ਦਿੱਤਾ ਹੈ, ਤੇ ਅੱਜ ਜਦੋਂ ਉਹਦੀ ਲੜਾਈ ਲੜ ਰਹੇ ਹਾਂ ਫਿਰ ਸ਼ਹਿਰੀ ਲੋਕਾਂ ਦੀ ਇਨਵੋਲਵਮੈਂਟ ਪਰੇ ਹੈ। ਤਾਂ ਇਹ ਆਪਣੇ ਆਪ ਨੂੰ ਇਹ ਮਤਲਬ ਇੱਕ ਇਹੋ ਜਿਹਾ ਬਿਹੇਵੀਅਰ, ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਜਿਹੜਾ ਅੱਖਾਂ ਬੰਦ ਕਰ ਲੈਂਦਾ, ਤੇ ਉਹ ਜਿਹੜਾ ਬਿਹੇਵੀਅਰ ਆ ਉਹ ਇਸ ਵਾਰੀ ਜਿਹੜਾ ਪੰਜਾਬ ਦੇ ਦੁਕਾਨਦਾਰਾਂ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਸਾਬਤ ਹੋਏਗਾ। ਜੇ ਪੰਜਾਬ ਦੀ ਇਕਨੋਮੀ ਡੁੱਬਦੀ ਹੈ, ਜੇ ਪੰਜਾਬ ਦਾ ਕਿਸਾਨ ਡੁੱਬਦਾ ਤਾਂ ਇਕਨੋਮੀ ਡੁੱਬੇਗੀ, ਇਕਨੋਮੀ ਡੁੱਬੇਗੀ ਤਾਂ ਦੁਕਾਨਦਾਰ ਵੀ ਡੁੱਬੇਗਾ, ਤੇ ਫਿਰ ਜਾ ਕੇ ਸਾਨੂੰ ਇਹ ਸਮਝ ਆਊਗੀ ਕਿ ਜਿਹੜਾ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਅੱਖਾਂ ਦੀਆਂ ਜਿਹੜੀਆਂ ਐਨਕਾਂ ਚੜ੍ਹਾ ਕੇ ਸਭ ਕੁਝ ਦੇਖਣ ਦੀ ਆਦਤ ਪੰਜਾਬ ਦੇ ਸ਼ਹਿਰੀਆਂ ਨੂੰ ਪਾਈ ਜਾ ਰਹੀ ਹੈ, ਉਸ ਐਨਕ ਦੇ ਪਰਲੇ ਪਾਸੇ ਕਿਹੜਾ ਦ੍ਰਿਸ਼ ਚੱਲ ਰਿਹਾ ਸੀ ਸਾਡੀ ਬਰਬਾਦੀ ਦਾ, ਉਹ ਐਨਕ ਲਾਉਣ ਤੋਂ ਬਾਅਦ ਦੱਸੇਗਾ। ਇਹ ਕਾਨੂੰਨ ਦੇ ਜਿਹੜੇ ਮਾੜੇ ਪ੍ਰਭਾਵ ਨੂੰ ਲੈ ਕੇ ਹਰ ਅੱਜ ਜਾਗਰੂਕ ਹੋ ਰਹੇ ਲੋਕ, ਸਿੱਖ ਜਥੇਬੰਦੀਆਂ ਆ ਰਹੀਆਂ, ਵਕੀਲ ਭਾਈਚਾਰਾ, ਸਿੰਗਰ, ਗਾਇਕ ਜਿਹੜੇ ਹੈਗੇ, ਹਰ ਵਰਗ ਜੁੜ ਰਿਹਾ ਕਿਉਂਕਿ ਉਹ ਸਮਝ ਚੁੱਕੇ ਆ ਕਿ ਕਾਨੂੰਨ ਦੇ ਜਿਹੜੇ ਕੀ ਮਾੜੇ ਪ੍ਰਭਾਵ ਪੈਣ ਵਾਲੇ ਆਉਣ ਵਾਲੇ ਦਿਨਾਂ 'ਚ। ਉਸ ਦੇ ਬਾਵਜੂਦ ਬੀਜੇਪੀ ਵਾਲੇ ਕੁਝ ਸਿੱਖ ਲੀਡਰ ਵੀ ਉਹਨਾਂ ਦੇ ਵਿੱਚ ਬਾਵਜੂਦ ਜਿਹੜਾ ਹੈਗਾ ਰੈਲੀਆਂ ਵੀ ਕੀਤੀ ਜਾ ਰਹੀਆਂ, ਲੁਧਿਆਣੇ 'ਚ ਵੀ ਹੋਈ ਸੀ ਰੈਲੀ, ਤੇ ਉਹ ਕਹਿ ਰਹੇ ਆ ਕਿ ਕਾਨੂੰਨ ਬਹੁਤ ਵਧੀਆ ਗੁੰਮਰਾਹ ਕਰ ਰਹੀਆਂ ਸਿਆਸੀ ਪਾਰਟੀਆਂ ਜਾਂ ਜਿਹੜੇ ਸਿਆਸੀ ਲੋਕ ਆ ਉਹ ਗੁੰਮਰਾਹ ਕਰ ਰਹੇ ਆ ਕਿਸਾਨਾਂ ਨੂੰ। ਇਹ ਕਿਸਾਨਾਂ ਵਾਸਤੇ ਬਹੁਤ ਵਧੀਆ ਕਾਨੂੰਨ ਆ। ਦੇਖੋ, ਪਹਿਲਾਂ ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵਰਕਰ ਹੁੰਦਾ ਸੀ ਨਾ, ਉਹ ਉਸ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੁੜਿਆ ਹੁੰਦਾ ਸੀ, ਉਹਦੀ ਇੱਕ ਇਮੋਸ਼ਨਲ ਅਟੈਚਮੈਂਟ ਹੁੰਦੀ ਸੀ। ਜਿਵੇਂ ਅਕਾਲੀ ਦਲ ਨਾਲ ਜੁੜਿਆ ਹੋਇਆ ਵਰਕਰ ਦੀ ਇੱਕ ਪੰਥ ਪ੍ਰਤੀ ਸੁਹਿਰਦ ਭਾਵਨਾ ਹੁੰਦੀ ਸੀ ਕਿਸੇ ਸਮੇਂ ਦੇ ਉੱਤੇ। ਕਾਂਗਰਸ ਦੇ ਨਾਲ ਜੁੜਨ ਵਾਲਾ ਆਪਣੇ ਆਪ ਨੂੰ ਸੈਕੂਲਰ ਕਹਾਣ ਦੇ ਜਾਂ ਸੈਕੂਲਰ ਵਿਚਾਰਧਾਰਾ ਦਾ ਹਾਮੀ ਹੋਣ ਦਾ ਪ੍ਰਗਟਾਵਾ ਕਰਦਾ ਸੀ। ਅੱਜ ਜਿਹੜਾ ਪਾਰਟੀਆਂ ਦੇ ਕੋਲ ਵਰਕਰ ਆ ਜਾਂ ਜਿਹੜੇ ਉਹਨਾਂ ਦੇ ਅਹੁਦੇਦਾਰ ਨੇ, ਉਹ ਬੇਸਿਕਲੀ ਉਹਨਾਂ ਦੇ ਮਾਨਸਿਕ ਗੁਲਾਮ ਤੇ ਬੰਧੂਆ ਮਜ਼ਦੂਰ ਨੇ, ਆਪਣੀਆਂ ਲਾਲਸਾਵਾਂ ਨੂੰ, ਆਪਣੇ ਅਹੁਦਿਆਂ ਨੂੰ ਲੈ ਕੇ ਜੁੜੇ ਹੋਏ ਲੋਕ ਨੇ, ਆਪਣੇ ਸਵਾਰਥ ਨੂੰ ਲੈ ਕੇ ਜੁੜੇ ਹੋਏ ਨੇ। ਨਾ ਉਹਨਾਂ ਨੂੰ ਪਾਰਟੀ ਨਾਲ ਕੋਈ ਲੈਣਾ ਦੇਣਾ, ਨਾ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ, ਨਾ ਸਮਾਜ ਨਾਲ ਕੋਈ ਲੈਣਾ ਦੇਣਾ। ਤਾਂ ਉਹ ਸਿਰਫ ਆਪਣੇ ਲਾਲਚ ਲਈ ਇੱਕ ਪਾਰਟੀ ਨੂੰ ਉਹ ਇੱਕ ਵਪਾਰਕ ਘਰਾਣਾ ਮੰਨਦੇ ਨੇ, ਜਿਹਦੇ ਨਾਲ ਜੁੜ ਕੇ ਉਹਨਾਂ ਨੇ ਮੁਨਾਫਾ ਕਮਾਉਣਾ ਹੁੰਦਾ, ਲੋਕਾਂ ਦੇ ਕੰਮ ਕਰਾ ਕੇ ਪੈਸੇ ਖਾਣਾ ਹੁੰਦਾ, ਲੀਡਰ ਬਣ ਕੇ ਪੈਸਾ ਖਾਣਾ ਹੁੰਦਾ। ਤਾਂ ਇਹ ਸਿਰਫ ਤੇ ਸਿਰਫ ਮੁਨਾਫੇ ਨਾਲ ਜੁੜੇ ਹੋਏ ਲਾਲਚੀ ਤੇ ਸਵਾਰਥੀ ਲੋਕ ਨੇ, ਚਾਹੇ ਕਿਸੇ ਵੀ ਪਾਰਟੀ ਨਾਲ। ਅੱਜ ਵਿਚਾਰਧਾਰਾ ਦੀ ਸਾਂਝ ਨਹੀਂ ਰਹਿ ਗਈ। ਵਰਕਰ ਜਿਹੜਾ ਆ ਉਹ ਆਪਣੇ ਬੌਸ ਦੇ ਸਟਾਫ ਵਾਂਗੂ ਕੰਮ ਜਿਹੜਾ ਆਪਣੇ ਹਾਈ ਕਮਾਂਡ ਲਈ ਕਰ ਰਿਹਾ। ਤਾਂ ਇਹਨਾਂ ਲੋਕਾਂ ਦੇ ਉੱਤੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਦੀ ਜਾਂ ਚੰਗੀ ਗੱਲ ਦੀ ਉਮੀਦ ਨਾ ਰੱਖੀਏ। ਇਹਨਾਂ ਦਾ ਕੰਮ ਹੈ ਤਨਖਾਹਦਾਰ ਮੁਲਾਜ਼ਮਾਂ ਵਾਂਗੂ ਆਪਣੇ ਬੌਸ ਦਾ ਹੁਕਮ ਵਜਾਉਣਾ। ਸੋ ਇਹਨਾਂ ਦਾ ਫਰਕ ਨਹੀਂ ਪੈਂਦਾ ਕਿ ਇਹ ਕਿਹੜੇ ਪੱਖ ਤੇ ਖੜੇ ਨੇ। ਅਗਰ ਪਿੱਛੇ ਝਾਤ ਮਾਰੀ ਜਾਵੇ ਤਾਂ ਆਮ ਲੋਕਾਂ ਦਾ, ਕਿਸਾਨਾਂ ਦਾ ਵਿਸ਼ਵਾਸ ਹੁੰਦਾ ਸੀ ਸਿਆਸੀ ਪਾਰਟੀਆਂ ਦਾ ਕਿ ਸਾਡੇ ਨਾਲ ਮਾੜਾ ਨਹੀਂ ਕਰਨਗੀਆਂ, ਵਿਸ਼ਵਾਸ ਹੈ ਕਿ ਸਾਡੇ ਹੱਕਾਂ ਦੀ ਲੜਾਈ ਲੜ ਰਹੀਆਂ। ਪਰੰਤੂ ਅੱਜ ਜਿਹੜੇ ਸੰਘਰਸ਼ ਚੱਲ ਰਹੇ ਕਿਸਾਨਾਂ ਦੇ, ਸੰਘਰਸ਼ ਚੱਲ ਰਹੇ ਕਿਸਾਨ ਮੋਰਚਿਆਂ ਦੇ, ਉਹਦੇ ਵਿੱਚ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ। ਕੀ ਲੱਗਦਾ ਅੱਜ ਜਿਹੜਾ ਹੈਗਾ ਕਿਸਾਨਾਂ ਦਾ, ਆਮ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਸਿਆਸੀ ਪਾਰਟੀਆਂ ਦਾ? ਕਿਵੇਂ ਦੇਖਦੇ ਹੋ? ਦੇਖੋ, ਕਿਸਾਨ ਜਿਹੜਾ ਵੀ ਹੈ ਉਹ ਪਹਿਲਾਂ ਆਪਣੇ ਆਰਥਿਕਤਾ ਦੇ ਤੌਰ ਤੇ ਕਿਸਾਨੀ ਨਾਲ ਜੁੜੇ ਹੋਣ ਤੋਂ ਪਹਿਲਾਂ ਸਿੱਖ ਵੀ ਤਾਂ ਹੈ ਨਾ। ਜੋ ਪਿਛਲੇ 17 ਸਾਲਾਂ 'ਚ ਹੋ ਰਿਹਾ, ਜੇ ਉਹਦੇ ਬਾਵਜੂਦ ਵਿਸ਼ਵਾਸ ਕਾਇਮ ਸੀ ਤਾਂ ਮੈਨੂੰ ਲੱਗਦਾ ਹੈ ਵੀ ਇੱਕ ਗੱਲ ਸ਼ੱਕ ਵਾਲੀ ਹੈ। ਵਿਸ਼ਵਾਸ ਕਾਇਮ ਹੀ ਕਿਉਂ ਸੀ? ਜਦੋਂ ਦੇਖੋ, ਜਿੰਨੇ ਪੰਜਾਬੀ ਸੂਬੇ ਦੀਆਂ ਮੂਵਮੈਂਟਸ ਹੋਈਆਂ, ਧਰਮ ਯੁੱਧ ਮੋਰਚਾ ਹੋਇਆ, ਜਿੰਨੀਆਂ ਮੂਵਮੈਂਟਸ ਪੰਜਾਬ ਜਾਂ ਪੰਥ ਦੇ ਹੱਕ 'ਚ ਹੋਈਆਂ, ਉਹ 'ਚ ਇਨਵੋਲਵਮੈਂਟ ਤਾਂ ਕਿਸਾਨਾਂ ਦੀ ਸੀ। ਇਹੀ ਲੋਕ ਸੀ ਜਿਹੜੇ ਹਰ ਸੰਘਰਸ਼ ਵਿੱਚ ਸ਼ਾਮਲ ਹੁੰਦੇ ਸੀ। ਤਾਂ ਜਦੋਂ ਅਸੀਂ ਬਾਰ-ਬਾਰ ਵਿਸ਼ਵਾਸਘਾਤ ਝੇਲ ਚੁੱਕੇ ਹਾਂ, ਸਾਨੂੰ ਕਿਉਂ ਲੱਗਦਾ ਕਿ ਜਦੋਂ ਸਾਡੀ ਕਿਸਾਨੀ ਦਾ ਮਸਲਾ, ਉਦੋਂ ਉਹ ਸਾਡੇ ਵਿਸ਼ਵਾਸ 'ਤੇ ਖਰੇ ਉਤਰਨਗੇ? ਜਦੋਂ ਅਸੀਂ ਸੂਬਾ ਮੰਗ ਰਹੇ ਸੀ ਤਾਂ ਸਾਡੀ 3 ਟੋਟਿਆਂ ਦੇ ਵਿੱਚ ਕਰਕੇ ਸਾਨੂੰ ਸੂਬੇ ਦੀ ਜਗ੍ਹਾ 'ਤੇ ਸੂਬੀ ਫੜਾਈ ਗਈ। ਜਦੋਂ ਅਸੀਂ ਪੰਜਾਬ ਦੀ ਖੁਦ ਮੁਖਤਿਆਰੀ ਮੰਗ ਰਹੇ ਸੀ, ਜਦੋਂ ਇਹੀ ਗੱਲਾਂ ਜਿਹੜੀਆਂ ਅੱਜ ਅਸੀਂ ਕਹਿ ਰਹੇ ਹਾਂ ਕਿ ਕਿਸਾਨਾਂ ਨੂੰ ਹੱਕ ਹੋਣਾ ਚਾਹੀਦਾ ਆਪਣੀ ਫਸਲ ਦਾ ਮੁੱਲ ਤੈਅ ਕਰਨ ਦਾ, ਤੇ ਜਦੋਂ 1983 'ਚ ਆਨੰਦਪੁਰ ਦੇ ਮਤੇ 'ਚ ਇਹ ਗੱਲ ਕਹੀ ਗਈ ਸੀ
ਤਾਂ ਉਦੋਂ ਸਾਡੇ ਨਾਲ ਜਿਹੜਾ ਵਿਸ਼ਵਾਸਘਾਤ ਜਾਂ ਜਿਹੜੀ ਖੂਨ ਦੀ ਹੋਲੀ ਖੇਡੀ ਗਈ, ਅੱਜ ਸਾਨੂੰ ਕਿਉਂ ਵਿਸ਼ਵਾਸ ਬਣ ਰਿਹਾ ਕਿ ਅੱਜ ਉਹ ਗੱਲਾਂ ਸਾਡੀਆਂ ਮੰਨ ਲੈਣਗੇ? ਕਿ ਕੇਂਦਰ ਦਾ ਰਵੱਈਆ ਜਾਂ ਸਾਨੂੰ ਐਂ ਲੱਗਦਾ ਕਿ ਉਹਨਾਂ ਦਾ ਸੁਭਾਅ ਜਾਂ ਵਿਹਾਰ ਪੰਜਾਬ ਪ੍ਰਤੀ ਬਦਲ ਗਿਆ? ਡੀਪ ਸਟੇਟ ਤਾਂ ਉਹੀ ਕੰਮ ਕਰ ਰਹੀ ਹੈ ਨਾ, ਮੋਹਰੇ ਬਦਲ ਰਹੇ ਨੇ, ਕਦੀ ਕੋਈ ਗਾਂਧੀ ਆ ਜਾਂਦਾ, ਕਦੀ ਕੋਈ ਮੋਦੀ ਆ ਜਾਂਦਾ, ਇਸ ਤੋਂ ਬਾਅਦ ਵੀ ਕਈ ਆਣੇ ਕਈ ਜਾਣੇ ਨੇ। ਦਿੱਲੀ ਦਾ ਵਿਹਾਰ ਪੰਜਾਬ ਦੇ ਪ੍ਰਤੀ ਨਹੀਂ ਬਦਲਣਾ, ਸਾਨੂੰ ਪਿਛੋਕੜ ਤੋਂ ਸਮਝ ਲੈਣਾ ਚਾਹੀਦਾ ਸੀ। ਇਸ ਲਈ ਪਹਿਲਾਂ ਹੀ ਜਾਗਰੂਕ ਹੋ ਕੇ ਜਿਹੜੀ ਲੜਾਈ ਲੜਨੀ ਚਾਹੀਦੀ ਸੀ, ਕਿਉਂਕਿ ਇਹ ਬਿੱਲ ਜਿਹੜੇ ਆ ਕੰਟਰੈਕਟ ਫਾਰਮਿੰਗ ਦਾ ਤੇ ਮੰਡੀਆਂ ਦੀ ਪ੍ਰਾਈਵੇਟਾਈਜੇਸ਼ਨ ਦਾ, ਇਹ ਤਾਂ ਪੰਜਾਬ 'ਚ ਪਹਿਲਾਂ ਹੀ ਪਾਸ ਹੋ ਚੁੱਕੇ ਨੇ। 2006 'ਚ ਪਾਸ ਹੋ ਚੁੱਕਾ ਤੇ ਉਸ ਤੋਂ ਬਾਅਦ 2013 ਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਦਾ ਜਿਹੜਾ ਰਾਹ ਉਹ ਖੋਲ੍ਹਿਆ ਜਾ ਚੁੱਕਾ ਦੋਵੇਂ ਸਰਕਾਰਾਂ ਵੱਲੋਂ, ਕਾਂਗਰਸ ਤੇ ਅਕਾਲੀ ਵੱਲੋਂ। ਜੇ ਉਦੋਂ ਬੋਲੇ ਹੁੰਦੇ ਤਾਂ ਇੱਕ ਜਿਹੜਾ ਪੰਜਾਬ ਦੇ ਵਿੱਚ ਰਿਐਕਸ਼ਨ ਉੱਠਣਾ ਸੀ ਉਹ ਕੇਂਦਰ ਤੱਕ ਜਾਣਾ ਸੀ ਕਿ ਇਹਦਾ ਰਿਐਕਸ਼ਨ ਪੰਜਾਬ 'ਚ ਕੀ ਆਉਣਾ। ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਨੇ ਇਹ ਉਮੀਦ ਰੱਖੀ ਸੀ ਕਿ ਇਹੋ ਜਿਹਾ ਰਿਐਕਸ਼ਨ ਪੰਜਾਬ 'ਚ ਉੱਠੇਗਾ, ਕਿਉਂਕਿ ਜਦੋਂ ਤੁਸੀਂ ਕਿਸੇ ਤੇ ਹਮਲਾ ਕਰਦੇ ਹੋ ਨਾ, ਇੱਕ ਛਾਤਰ ਬਦਮਾਸ਼ ਜਦੋਂ ਕਿਸੇ ਤੇ ਹਮਲਾ ਕਰਦਾ ਤੇ ਪਹਿਲਾਂ ਉਸ ਇਲਾਕੇ ਦੀ ਰੇਕੀ ਕਰਦਾ। ਜਦੋਂ ਲੁੱਟ ਖੋਹ ਕੀਤੀ ਜਾਂਦੀ ਹੈ ਤਾਂ ਰੇਕੀ ਕੀਤੀ ਜਾਂਦੀ ਹੈ। ਕੇਂਦਰ ਨੇ ਰੇਕੀ ਇਹ ਕੀਤੀ ਸੀ ਵੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਜਾਂ ਨਸ਼ਿਆਂ 'ਚ ਡੁੱਬਿਆ ਹੈ ਜਾਂ ਇੱਕ ਸੱਭਿਆਚਾਰਕ ਜਿਹੜਾ ਅੱਤਵਾਦ ਜਿਹੜਾ ਉਹ ਗਾਇਕਾਂ ਦੇ ਮਗਰ ਲੱਗ ਕੇ ਝੇਲ ਰਿਹਾ ਔਰ ਹਰ ਪੱਖ ਤੋਂ ਜਿਹੜਾ ਉਹ ਨਿਰਾਸ਼ ਹੋ ਕੇ ਬੈਠਾ ਹੋਇਆ। ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਸਮਝ ਨਹੀਂ ਹੈ। ਪੋਲੀਟੀਕਲ ਪਾਰਟੀਆਂ ਜਿਹੜੀਆਂ ਵਿਸ਼ਵਾਸਘਾਤ ਕਰਨ ਵਾਲੀਆਂ, ਉਹ ਰੇਕੀ ਜਿਹੜੀ ਆ ਕੇਂਦਰ ਸਰਕਾਰ ਦੀ ਉਹ ਪੁੱਠੀ ਪੈ ਗਈ। ਜਿਨ੍ਹਾਂ ਗਾਇਕਾਂ ਦੇ ਸਿਰ ਤੇ ਉਹਨਾਂ ਨੂੰ ਲੱਗਦਾ ਸੀ ਵੀ ਨੌਜਵਾਨ ਇਹਨਾਂ ਦੇ ਮਗਰ ਲੱਗ ਕੇ ਸਭ ਕੁਝ ਭੁੱਲਿਆ ਬੈਠਿਆ, ਉਹ ਗਾਇਕ ਆਪ ਮੈਦਾਨ 'ਚ ਆ ਗਏ, ਉਹਨਾਂ ਦੇ ਮਗਰ ਨੌਜਵਾਨ ਵੀ ਆ ਗਿਆ। ਸੋ ਮੈਨੂੰ ਲੱਗਦਾ ਉਹ ਰੇਕੀ ਜ਼ਰੂਰ ਪੁੱਠੀ ਪਈ ਹੈ, ਪਰ ਜੇ ਰਿਐਕਸ਼ਨ ਪਹਿਲਾਂ 2006 ਤੇ 2013 ਦੇ ਵਿੱਚ ਜਿਹੜੇ ਐਕਟ ਪੰਜਾਬ 'ਚ ਪਾਸ ਹੋਏ ਨੇ ਉਦੋਂ ਉੱਠਿਆ ਹੁੰਦਾ ਤੇ ਬਿੱਲ ਪਾਸ ਨਹੀਂ ਸੀ ਹੋਣਾ। ਇੱਕ ਸਰਦਾਰ ਜੀ ਹੈਗੇ ਆ ਹਰਜੀਤ ਸਿੰਘ ਗਰੇਵਾਲ, ਬੀਜੇਪੀ ਦੇ ਲੀਡਰ, ਉਹ ਬਾਰ-ਬਾਰ ਕਹਿ ਰਹੇ ਆ ਮੀਡੀਆ 'ਤੇ ਰਿਪੋਰਟਾਂ ਆ ਰਹੀਆਂ ਕਿ ਕਾਨੂੰਨ ਨਹੀਂ ਵਾਪਸ ਹੋਣਾ, ਜੋ ਮਰਜ਼ੀ ਕਰ ਲਓ, ਸਿੱਧੀ ਧਮਕੀਆਂ ਦਿੱਤੀਆਂ ਜਾ ਰਹੀਆਂ। ਨਹੀਂ ਕੋਈ ਨਹੀਂ, ਮੈਂ ਫਿਰ ਉਹੀ ਕਿਹਾ ਨਾ ਵੀ ਇਹ ਲੋਕ ਤਨਖਾਹਦਾਰ ਮੁਲਾਜ਼ਮ ਨੇ, ਉਹਨਾਂ ਦੇ ਆਪਣੇ ਸਵਾਰਥ ਜੁੜੇ ਹੋਏ ਨੇ। ਇਹ ਤਾਂ ਤੁਹਾਨੂੰ ਰਾਜਨੀਤਿਕ ਪਾਰਟੀਆਂ, ਹਰਜੀਤ ਗਰੇਵਾਲ ਕੋਈ ਬੰਦਾ ਨਹੀਂ ਹੈ ਜਾਂ ਤੁਸੀਂ ਉਹਨੂੰ ਬੀਜੇਪੀ ਦੇ ਮੋਹਤਬਾਰ ਦੇ ਤੌਰ ਤੇ ਨਾ ਦੇਖੋ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਤੁਹਾਡੇ ਬਾਰੇ ਇਹੀ ਸੋਚਦੀਆਂ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ ਮੰਤਰੀ ਆ, ਅਹੁਦੇਦਾਰ ਆ, ਉਹਨਾਂ ਲਈ ਪੰਜਾਬ ਦੀ ਜਨਤਾ ਸਿਰਫ ਵੋਟਾਂ ਦੀ ਭੀੜ ਹੈ ਜਿਹਨੂੰ ਉਹ ਆਪਣੇ ਢੰਗ ਨਾਲ ਗਾਏ ਬਖਾਏ ਵਰਤਣਾ ਜਾਣਦੇ ਨੇ। ਜਦੋਂ ਅਸੀਂ ਉਹਨਾਂ ਦਾ ਵਹਿਮ ਨਹੀਂ ਤੋੜਦੇ ਉਦੋਂ ਇਹੋ ਜਿਹੇ ਚਵਲ ਧਮਕੀਆਂ ਜਿਹੜੇ ਉਹ ਧਮਕੀਆਂ ਦਿੰਦੇ ਰਹਿਣਗੇ। ਰੇਲ ਪਟੜੀਆਂ ਤੇ ਬੈਠੇ ਕਿਸਾਨ ਹੁਣ ਇਸ ਕਦਰ ਅੱਕ ਚੁੱਕੇ ਆ, ਉਹਨਾਂ ਦੇ ਬਿਆਨ ਵੀ ਆ ਰਹੇ ਕਿ ਵੈਸੇ ਵੀ ਮਰਨਾ ਅਗਰ ਕਾਨੂੰਨ ਲਾਗੂ ਹੋ ਗਏ ਤਾਂ ਖੇਤੀ ਨਹੀਂ ਰਹਿਣੀ। ਅਗਰ ਸਰਕਾਰ ਨਹੀਂ ਮੰਨਦੀ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਸਾਨੂੰ ਹਥਿਆਰ ਚੱਕਣੇ ਪਵੇ, ਉਹ ਵੀ ਚੱਕਾਂਗੇ। ਤੇ ਇੱਕ ਇਹ ਬਿਆਨ ਕਿਸਾਨਾਂ ਦਾ, ਦੂਜਾ ਬਿਆਨ ਜਿਵੇਂ ਹਰਜੀਤ ਗਰੇਵਾਲ ਦਾ, ਬੀਜੇਪੀ ਲੀਡਰ ਦਾ, ਵੀ ਜੋ ਮਰਜ਼ੀ ਕਰਨਾ, ਕਿ ਜੋ ਮਰਜ਼ੀ ਕਰ ਲਓ, ਕਾਨੂੰਨ ਨਹੀਂ ਵਾਪਸ ਹੋਣੇ। ਕੀ ਲੱਗਦਾ ਅਜਿਹੇ ਬਿਆਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ? ਕਿ ਬੀਜੇਪੀ ਚਾਹੁੰਦੀ ਹੈ ਪੰਜਾਬ ਦੇ ਹਾਲਾਤ ਖਰਾਬ ਹੋਵੇ? ਬਿਲਕੁਲ ਜੀ, ਦੇਖੋ ਜਿੰਨੇ ਇਹੋ ਜਿਹੇ ਏਜੰਡੇ ਜਿਹੜੇ ਪੰਜਾਬ ਨੂੰ ਵਾਇਲੈਂਸ ਵਾਲੇ ਪਾਸੇ ਲੈ ਕੇ ਜਾਂਦੇ ਹੋਣ, ਉਹ ਹਮੇਸ਼ਾ ਜਿਹੜੇ ਉਹ ਦਿੱਲੀ ਨੂੰ ਫਿੱਟ ਬੈਠਦੇ ਨੇ। ਤੇ ਪੰਜਾਬ ਦੇ ਵਿੱਚ ਇਹੋ ਜਿਹੀ ਭਾਵਨਾ ਦੇ ਪ੍ਰਤੀ ਕੋਈ ਕਮਿਟਮੈਂਟ ਹੋਵੇ ਨਾ ਹੋਵੇ, ਦਿੱਲੀ ਜ਼ਰੂਰ ਚਾਹੁੰਦੀ ਹੁੰਦੀ ਹੈ ਕਿ ਹਥਿਆਰਾਂ ਵਾਲੇ ਪਾਸੇ ਤੁਰਨ, ਕਿਉਂਕਿ ਇਹੀ ਇੱਕ ਜ਼ਰੀਆ ਹੈ ਜਿੱਥੇ ਜਾ ਕੇ ਦਲੀਲ ਖਤਮ ਹੋ ਜਾਂਦੀ ਹੈ। ਔਰ ਉਹਨਾਂ ਲਈ ਕਿਸੇ ਨੂੰ ਵੀ ਜਾਨੋਂ ਮਾਰਨਾ ਜਾਂ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰਨਾ, ਇੱਥੋਂ ਤੱਕ ਜਿਹੜਾ ਉਹ ਹਰ ਚੀਜ਼ ਨੂੰ ਜਸਟੀਫਾਈ ਕਰ ਦਿੱਤਾ ਜਾਂਦਾ ਰਿਹਾ। ਰਾਸ਼ਟਰਵਾਦ ਦੇ ਨਾਂ 'ਤੇ, ਦੇਸ਼ ਦੀ ਅਖੰਡਤਾ ਦੇ ਨਾਂ 'ਤੇ, ਦੇਸ਼ ਦੀ ਸਿਕਿਉਰਿਟੀ, ਇਹ ਇੱਕ ਇਹੋ ਜਿਹੇ ਹਥਿਆਰ ਨੇ ਮਤਲਬ ਦਿੱਲੀ ਦੇ, ਜਿਹਦੇ ਨਾਂ 'ਤੇ ਉਹ ਵੱਡੀ ਤੋਂ ਵੱਡੀ ਆਵਾਜ਼ ਨੂੰ ਦਬਾਉਂਦੀ ਆਈ ਹੈ। ਤਾਂ ਇਹ ਜਿਹੜੀ ਨਸਲਾਂ ਦੀ ਲੜਾਈ ਹੈ, ਫਸਲਾਂ ਦੀ ਨਹੀਂ, ਇਕੱਲੀ ਨਸਲਾਂ ਦੀ ਵੀ ਲੜਾਈ ਹੈ, ਇਹ ਸਬਰਾਂ ਨਾਲ ਤੇ ਅਕਲਾਂ ਨਾਲ ਲੜਨੀ ਪੈਣੀ ਹੈ। ਤਾਂ ਇਹ ਲੰਬੀ ਚੱਲਣ ਵਾਲੀ ਲੜਾਈ ਹੈ ਔਰ ਇਹਨੂੰ ਲੜਾਈ ਨੂੰ ਆਪਣੇ ਅਸਲ ਮੁੱਦਿਆਂ ਵੱਲ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਸੰਘਰਸ਼ ਦੀ ਦਸ਼ਾ ਕੀ ਹੋਊਗੀ ਉਹ ਸਾਰਾ ਕੁਝ ਇਹਦੀ ਦਿਸ਼ਾ 'ਤੇ ਨਿਰਭਰ ਕਰਦਾ ਹੈ। ਕਾਨੂੰਨੀ ਮਾਹਰਾਂ ਦਾ ਮੰਨਣਾ ਕਿ UAPA ਜੋ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ, ਅਜਿਹੇ ਕਾਨੂੰਨ ਲਾਗੂ ਕਰਨ ਵਾਸਤੇ ਬਣਾਇਆ ਗਿਆ ਸੀ ਤਾਂ ਕਿ ਲੋਕਾਂ ਦੀ, ਸਿੱਖਾਂ ਦੀ, ਭਾਵੇਂ ਹੋਰ ਲੋਕਾਂ ਦੀ ਆਵਾਜ਼ ਦਬਾਈ ਜਾ ਸਕੇ। ਅਜਿਹਾ ਜਿਹੜਾ ਸਖਤ ਕਾਨੂੰਨ ਬਣਾਇਆ ਗਿਆ ਤਾਂ ਕਿ ਇਹਨਾਂ ਨੂੰ ਅੰਦਰ ਚੱਕ ਕੇ ਦਿੱਤਾ ਜਾ ਸਕੇ। ਨਹੀਂ ਦੇਖੋ, ਜੇ ਤਾਂ ਇੱਕ ਸਾਡੀ ਨਾ ਪ੍ਰੋਬਲਮ ਜ਼ਰੂਰ ਰਹੀ ਹੈ ਸਿੱਖਾਂ ਦੀ ਜਾਂ ਪੰਜਾਬ ਦੇ ਪ੍ਰਤੀ ਜਿਹੜੇ ਵੀ ਸੰਘਰਸ਼ੀ ਲੋਕ ਰਹੇ ਨੇ, ਅਸੀਂ ਦਿੱਲੀ ਦਾ ਬਿਹੇਵੀਅਰ ਕਿਸੇ ਵੀ ਸੰਘਰਸ਼ ਨੂੰ ਲੈ ਕੇ, ਜਦੋਂ ਇਹ ਉਹਨਾਂ ਦੇ ਅਖੌਤੀ ਸੰਘਰਸ਼ ਚੱਲ ਰਹੇ ਹੁੰਦੇ ਨੇ ਤੇ ਜਦੋਂ ਅਸੀਂ ਸੰਘਰਸ਼ ਸ਼ੁਰੂ ਕਰਦੇ ਹਾਂ, ਸਾਡਾ ਸਟਾਈਲ ਤੇ ਉਹਨਾਂ ਦਾ ਸਟਾਈਲ 180 ਡਿਗਰੀ ਉਲਟਾ। ਦਿੱਲੀ ਆਪਣੇ ਨਿੱਜੀ ਮੁੱਦੇ, ਜਿਹੜੀ ਬਹੁਗਿਣਤੀ ਕੌਮ ਹੈ, ਉਹ ਆਪਣੇ ਨਿੱਜੀ ਮੁੱਦਿਆਂ ਨੂੰ ਦੇਸ਼ ਦੇ ਮੁੱਦੇ ਬਣਾ ਕੇ ਪੇਸ਼ ਕਰਦੀ ਹੈ। ਅਸੀਂ ਪੂਰੇ ਦੇਸ਼ ਦੇ ਮੁੱਦਿਆਂ ਨੂੰ ਆਪਣੇ ਪੰਜਾਬ ਦੇ, ਪਹਿਲਾਂ ਪੰਜਾਬ ਦੇ ਮੁੱਦੇ ਬਣਾਉਂਦੇ ਹਾਂ, ਫਿਰ ਪੰਜਾਬ ਤੋਂ ਪੰਥ ਦੇ ਮੁੱਦੇ, ਫਿਰ ਪੰਥ ਤੋਂ ਆਪਣੇ ਧੜੇ ਦੇ ਮੁੱਦੇ ਬਣਾ ਲੈਂਦੇ ਹਾਂ। ਇਸੇ ਕਰਕੇ ਸਾਡਾ ਸੰਘਰਸ਼ ਜਿਹੜਾ ਉਹ ਦਿਨੋਂ ਦਿਨ ਸੁੰਗੜਦਾ ਜਾਂਦਾ ਤੇ ਉਹ ਜਿਹੜੇ ਉਹਨਾਂ ਦੇ ਅਖੌਤੀ ਮੁੱਦੇ ਜਿਨ੍ਹਾਂ ਦੇ ਨਾਲ ਪੰਜਾਬ ਦਾ ਜਾਂ ਬਾਕੀ ਦੇਸ਼ ਵਾਸੀਆਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਉਹ ਸਾਰੇ ਦੇਸ਼ ਦਾ ਮੁੱਦਾ ਬਣਾ ਦਿੰਦੇ, ਚਾਹੇ ਉਹ ਰਾਮ ਮੰਦਿਰ ਦਾ, ਚਾਹੇ ਰਾਮ ਸੇਤੂ ਦਾ, ਜਾਂ ਹੋਰ ਜਿਹੜੇ ਵੱਡੇ ਮੁੱਦੇ ਜਿਨ੍ਹਾਂ ਦੇ ਨਾਲ, ਜਿਨ੍ਹਾਂ ਨੂੰ ਮਾਰਕੀਟਿੰਗ ਕਰਕੇ ਉਹ ਵੱਡਾ ਕਰਕੇ ਸਾਰਿਆਂ ਨੂੰ ਨਾਲ ਜੋੜ ਲੈਂਦੇ ਨੇ। ਤਾਂ ਇਹ ਸਾਨੂੰ ਕਲਾ ਜਿਹੜੀ ਉਹ ਦਿੱਲੀ ਦੇ ਕੋਲੋਂ ਸਿੱਖਣੀ ਪੈਣੀ ਹੈ। ਇਸੇ ਕਰਕੇ ਅਸੀਂ ਇਹਦਾ ਸੰਘਰਸ਼ ਦਾ ਜਿਹੜਾ ਪਸਾਰਾ ਉਹ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਸਮੱਸਿਆ,
ਇਹਨੂੰ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਉਸ ਤੋਂ ਬਾਅਦ ਇਹਨੂੰ ਪੰਥ ਦੀ ਸਮੱਸਿਆ ਬਣਾਉਣ ਦੀ ਕੋਸ਼ਿਸ਼ ਨਾ ਕਰੀਏ। ਇਹ ਸਭ ਦੀ ਸਾਂਝੀ ਸਮੱਸਿਆ, ਸ਼ਹਿਰੀਆਂ ਦੀ, ਦਲਿਤਾਂ ਦੀ, ਸਿੱਖਾਂ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ, ਸਾਰੇ ਪੰਜਾਬੀਆਂ ਦੀ, ਕਿਸਾਨਾਂ ਦੀ, ਹਰ ਆਰਥਿਕ ਰੂਪ ਵਿੱਚ ਹਰ ਵਰਗ ਨਾਲ ਜੁੜੇ ਬੰਦੇ ਦੀ, ਔਰ ਇੱਥੋਂ ਤੱਕ ਕਿ ਪੰਜਾਬ ਦੇ ਹਰ ਕੰਜ਼ਿਊਮਰ ਦੀ ਲੜਾਈ ਹੈ। ਤਾਂ ਜਿੰਨਾ ਇਹਦਾ ਪਸਾਰਾ ਵੱਡਾ ਕਰਾਂਗੇ, ਦਿੱਲੀ ਦੇ ਮਨਸੂਬੇ ਓਨੇ ਹੀ ਫੇਲ ਹੋਣਗੇ ਇਹਨੂੰ ਵੱਖਵਾਦੀ ਜਾਂ ਹੋਰ ਰੂਪ ਦੇ ਕੇ ਖਤਮ ਕਰਨ ਦੇ। ਮਨੁੱਖਤਾ ਦੀ ਸੇਵਾ ਨੂੰ ਲੈ ਕੇ ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ, ਭਾਵੇਂ ਰਵੀ ਸਿੰਘ ਹੋਣ ਜਾਂ ਸਰਬੱਤ ਦਾ ਭਲਾ ਟਰੱਸਟ ਹੋਵੇ, ਪੂਰੇ ਲੰਗਰ ਲਗਾਏ ਜਾਂਦੇ ਜਦੋਂ ਕੋਈ ਆਫਤ ਆ ਜਾਂਦੀ ਹੈ। ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਖੜਦੇ ਆ ਸੇਵਾ ਦੇ ਲਈ, ਉਦੋਂ ਸਿੱਖਾਂ ਨੂੰ ਬਹੁਤ ਵਧੀਆ ਕਿਹਾ ਜਾਂਦਾ, ਪਰੰਤੂ ਜਦੋਂ ਸਿੱਖ ਆਪਣੇ ਹੱਕ ਮੰਗਦੇ ਆ ਤੇ ਉਹਨਾਂ ਨੂੰ ਫਿਰ ਅੱਤਵਾਦੀ, ਵੱਖਵਾਦੀ ਕਿਹਾ ਜਾਂਦਾ, ਫਿਰ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਜਾਂਦੇ। ਕਿਵੇਂ ਦੇਖਦੇ ਹੋ? ਦੇਖੋ, ਇਹ ਨਜ਼ਰੀਆ ਕੋਈ ਨਵਾਂ ਨਹੀਂ ਹੈ, ਇਹ ਪਹਿਲੇ ਦਿਨ ਤੋਂ ਉਹਨਾਂ ਦੀ ਨੀਤੀ ਦਾ ਹਿੱਸਾ ਹੈ। ਇਹ ਹਰ ਤਰ੍ਹਾਂ ਦੇ ਜਿਹੜੇ ਇਹਨਾਂ ਨੂੰ ਉਹ ਰਾਜਨੀਤਿਕ ਟੂਲ ਕਹਿੰਦੇ ਨੇ, ਕਿਸੇ ਵੀ ਜਿਹੜੀ ਕੌਮ ਨੂੰ ਸੰਘਰਸ਼ ਦੇ ਲੀਹੋ ਲਾਉਣ ਲਈ, ਉਹਦੇ ਤੇ ਅਤਿਆਚਾਰ ਕਰਨ ਲਈ। ਇੱਥੋਂ ਤੱਕ ਇੱਕ ਜਗ੍ਹਾ ਉਹ ਆਪਣੀ ਰਣਨੀਤੀ ਦੇ ਵਿੱਚ ਇਹ ਵੀ ਲਿਖਦੇ ਨੇ ਕਿ ਜਿਹੜਾ ਦੂਸਰੀ ਕੌਮ ਦੀਆਂ ਔਰਤਾਂ ਨਾਲ ਬਲਾਤਕਾਰ ਕਰਨਾ ਵੀ ਇੱਕ ਰਾਜਨੀਤਿਕ ਟੂਲ ਹੈ। ਤਾਂ ਇਹ ਸਾਡਾ ਮਨੋਬਲ ਤੋੜਨ ਲਈ ਸਾਜ਼ਿਸ਼ਾਂ ਹੁੰਦੀਆਂ ਨੇ, ਔਰ ਆਮ ਲੋਕਾਂ ਤੋਂ ਸਾਨੂੰ ਤੋੜਨ ਲਈ। ਔਰ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸੰਘਰਸ਼ ਨੂੰ ਵੱਡਾ ਹੋਣ ਤੋਂ ਉਹਦਾ ਪਸਾਰਾ ਰੋਕਣ ਲਈ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਜੇ ਅਸੀਂ ਇਹਨਾਂ ਚਾਲਾਂ ਨੂੰ ਸਮਝਦੇ ਹਾਂ, ਉਸ ਮੁਤਾਬਕ ਵਿਹਾਰ ਨਾ ਕਰੀਏ ਜਿਹੋ ਜਿਹਾ ਦਿੱਲੀ ਚਾਹੁੰਦੀ ਹੈ, ਔਰ ਉਹਦੇ ਉਲਟ ਕਰੀਏ, ਤਾਂ ਅਸੀਂ ਜਿੱਤ ਵੱਲ ਨੂੰ ਜਾ ਸਕਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਸਿੱਖ ਜਥੇਬੰਦੀ ਜਿਹੜਾ ਬਣਾਇਆ ਗਿਆ ਸਾਂਝਾ ਮੋਰਚਾ, ਕੀ ਜਿਹੜਾ ਪ੍ਰੋਗਰਾਮ ਲਿਖਿਆ ਗਿਆ, ਕਿਵੇਂ ਲੋਕਾਂ ਨੂੰ ਜਾਗਰੂਕ ਹੈ, ਕਿਵੇਂ ਕਿਸਾਨਾਂ ਦਾ ਸਾਥ ਦਿੱਤਾ ਜਾਣਾ? ਇਹ ਪੰਜਾਬ ਦੀਆਂ ਸ਼ਹਿਰੀ ਸੰਸਥਾਵਾਂ ਨੂੰ ਨਾਲ ਲੈ ਕੇ ਕੀਤਾ ਜਾਣ ਵਾਲਾ ਪ੍ਰੋਗਰਾਮ ਹੈ, ਨਾ ਕਿ ਕਿਸੇ ਇੱਕ ਸੰਸਥਾ ਵੱਲੋਂ। ਜਿਵੇਂ ਕਿ ਇਹਦਾ ਨਾਅਰਾ ਹੀ ਇਹ ਹੈ ਕਿ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ, ਤਾਂ ਇਹ ਇਸ ਕੈਂਪੇਨ ਦੇ ਤਹਿਤ ਅਸੀਂ ਬਾਕੀ ਸ਼ਹਿਰਾਂ ਨੂੰ ਵੀ ਜਿਹੜਾ ਨਾਲ ਜੋੜਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਲੜਾਈ ਹੈ ਉਹ ਫਸਲ ਵੇਚਣ ਵਾਲੇ ਦੀ ਨਾ ਰਹਿ ਕੇ ਬਲਕਿ ਹਰ ਪੰਜਾਬੀ ਦੀ ਬਣ ਸਕੇ, ਹਰ ਕੰਜ਼ਿਊਮਰ ਦੀ ਬਣ ਸਕੇ, ਸਮੁੱਚੇ ਪੰਜਾਬੀਆਂ ਦੀ ਬਣ ਸਕੇ। ਬਿਲਕੁਲ ਜੀ, ਧੰਨਵਾਦ। ਤੇ ਇਹ ਸੀ ਹੁਣ ਇਹਨਾਂ ਨੇ ਦੱਸਿਆ ਕਿ ਲਗਾਤਾਰ ਹੁਣ ਜੋ ਕਿਸਾਨਾਂ ਦਾ ਸੰਘਰਸ਼ ਅੱਗੇ ਜਾ ਰਿਹਾ ਹੈ, ਦਿੱਲੀ ਸਰਕਾਰ ਝੁਕਣ ਦੇ ਲਈ ਤਿਆਰ ਨਹੀਂ, ਤੇ ਹੁਣ ਸ਼ਹਿਰੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਤਾਰ ਕੰਪੇਨ ਚਲਾਈ ਜਾ ਰਹੀ ਹੈ ਤਾਂ ਕਿ ਕਿਸਾਨਾਂ ਦੇ ਉੱਤੇ ਜੋ ਜ਼ਬਰਦਸਤੀ ਕਾਲੇ ਕਾਨੂੰਨ ਥੋਪੇ ਜਾ ਰਹੇ ਨੇ ਉਸ ਤੋਂ ਕਿਸਾਨਾਂ ਨੂੰ ਨਿਜਾਤ ਦਿਵਾਈ ਸਕੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਿੰਨੇ ਤਿੱਖੇ ਰੂਪ ਲੈਂਦੇ ਨੇ, ਕਿ ਦਿੱਲੀ ਕਿਸਾਨਾਂ ਦੇ ਅੱਗੇ, ਸਿੱਖ ਸੰਸਥਾਵਾਂ ਦੇ ਅੱਗੇ ਝੁਕਦੀ ਹੈ, ਜਾਂ ਕਿਸਾਨਾਂ ਨੂੰ ਹਲੇ ਹੋਰ ਰੇਲ ਪਟੜੀਆਂ ਦੇ ਉੱਤੇ ਬੈਠ ਕੇ ਦਿੱਲੀ ਦਾ ਵਿਰੋਧ ਕਰਨਾ ਪਵੇਗਾ। ਲੁਧਿਆਣਾ ਤੋਂ ਲਖਵਿੰਦਰ ਸਿੰਘ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।